ਜਿਹੜੇ ਅੱਜ ਲੋਕਾਂ ਨੇ ਦੇਸ਼ ਦਾ ਢਿੱਡ ਭਰਿਆ ਉਹ ਲੋਕਾਂ ਦੀ ਗੱਲ ਕਰਨ ਲੱਗਣ। ਜਿੰਨਾ ਚਿਰ ਤੁਹਾਡੀ ਗੱਲ ਨਹੀਂ ਕਰਦੇ ਉਸ ਵਿਧਾਨ ਸਭਾ ਦੇ ਵਿੱਚ ਜਾ ਕੇ ਉਸ ਲੋਕ ਸਭਾ ਦੇ ਵਿੱਚ ਜਾ ਕੇ ਉਹ ਤੁਹਾਡੇ ਜਿਹੜੇ ਭਾਵਨਾਵਾਂ ਨੇ ਤੁਹਾਡੀਆਂ ਲੋੜਾਂ ਨੇ ਉਹਦੇ ਮੁਤਾਬਕ ਕਾਨੂੰਨ ਨਹੀਂ ਬਣਾਉਂਦੇ ਤਾਂ ਉਹਨਾਂ ਚਿਰ ਸਾਡਾ ਸੁਧਾਰ ਨਹੀਂ ਹੋਣਾ। ਇਹਦਾ ਸਾਰੇ ਮੁਲਕ ਨੂੰ ਜਿਹੜੇ ਲੋਕ ਵਪਾਰੀ ਨੇ ਅਡਾਨੀਆਂ ਅਵਾਨੀਆਂ ਵਾਰਮੈਂਟ ਕਿੰਨੇ ਹੀ ਲੋਕ ਨੇ ਇਹ ਤਾਂ ਤੁਹਾਡਾ ਸਾਰਾ ਪੰਜਾਬ ਹਰਿਆਣਾ ਨੂੰ ਬਿਜਲੀ ਕਰਨ ਨੂੰ ਫਿਰਦੇ ਨੇ। ਜਿਹੜਾ ਅੱਜ ਮੈਂ ਫਿਰ ਪ੍ਰਭਾਵਿਤ ਕਰਦਾ ਤੁਸੀਂ ਆ ਮੇਰਾ ਕਹਿੰਦਾ 2-3 ਘੰਟੇ ਦੀ ਕਾਲ ਦੇ ਵਿੱਚ ਇੱਥੇ ਦਾ ਪ੍ਰੋਗਰਾਮ ਫਿੱਟ ਕਰਤਾ। ਜੇ ਇਸ ਤਰ੍ਹਾਂ ਅਸੀਂ ਕਿਤੇ ਕਾਲ ਆਉਂਦੀ ਹੈ ਕਿਤੇ ਕਿਸਾਨੀ ਦੇ ਭੀੜ ਬਣਦੀ ਹੈ ਜਾਂ ਆਪਣੇ ਹੱਕਾਂ ਵਾਸਤੇ ਇਕੱਠੇ ਹੁੰਦੇ ਆ ਜੇ ਆਪਾਂ ਏਦਾਂ ਇਕੱਠੇ ਹੋਣ ਲੱਗ ਜਾਈਏ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਪੋਲੀਟੀਕਲ ਪਾਰਟੀਆਂ ਦੀ ਚਾਲ ਵੀ ਠੀਕ ਹੋ ਜੂਗੀ ਔਰ ਪ੍ਰਸ਼ਾਸਨ ਵੀ ਇਹ ਗੱਲ ਸਮਝ ਜੂਗਾ ਵੀ ਇਹ ਲੋਕ ਸ਼ਾਂਤਮਈ ਤਰੀਕੇ ਨਾਲ ਤਰਕ ਦੇ ਨਾਲ ਦਲੀਲ ਦੇ ਨਾਲ ਇਹ ਆਪਣੀ ਗੱਲ ਕਰਨਾ ਵੀ ਜਾਣਦੇ ਨੇ ਔਰ ਆਪਣੀ ਗੱਲ ਬਣਾਉਣਾ ਵੀ ਜਾਣਦੇ ਨੇ। ਸੋ ਮੈਂ ਜਿਹੜੀ ਗੱਲ ਕਰਦਾ ਸੀ ਸੰਨ 84 ਦੇ ਵਿੱਚ ਬਿਜਲੀ ਦੀ ਐਜੀਟੇਸ਼ਨ ਹੋਈ ਸੀ ਬਹੁਤ ਵੱਡੀ ਪੰਜਾਬ ਦੇ ਵਿੱਚ। ਉਸ ਟਾਈਮ ਗਵਰਨਰ ਪੰਜਾਬ ਨੂੰ ਘੇਰਿਆ 7 ਦਿਨ ਲਗਾਤਾਰ 7 ਦਿਨ ਘਿਰਾਓ ਰੱਖਿਆ ਗਵਰਨਰ ਦਾ। ਮੁੱਦੇ ਕੀ ਸੀ? ਬਿਜਲੀ ਬੋਰਡ ਨੇ ਤੁਹਾਡੀ ਮੋਟਰਾਂ ਦੇ ਇਹ ਟੈਰਿਫ ਲਾਤਾ ਇਹ ਸਰਕੂਲਰ ਜਾਰੀ ਕਰਤਾ ਵੀ ਜੇ ਤੁਹਾਨੂੰ ਪਾਣੀ ਕੱਢਣ ਵਾਸਤੇ ਮੋਟਰ ਦਾ ਕਨੈਕਸ਼ਨ ਦਿੱਤਾ ਹੈ ਤੁਸੀਂ ਇਹਨੂੰ ਹੋਰ ਕੋਈ ਵੀ ਵਰਤੋਂ ਨਹੀਂ ਲਿਆ ਸਕਦੇ। ਜੇ ਤੁਸੀਂ ਟੋਕਾ ਕਰੋਗੇ ਤੁਹਾਨੂੰ 4 ਰੁਪਏ ਹੱਸ ਪਾਵਰ, ਜੇ ਤੁਸੀਂ ਘਰਾੜੀ ਚਲਾਓਗੇ ਤਾਂ 4 ਰੁਪਏ ਹੱਸ ਪਾਵਰ। ਉਹਨਾਂ ਦਿਨਾਂ ਦੇ ਵਿੱਚ ਆਪਾਂ ਲੋਕ ਜਿਹੜੀ ਥ੍ਰੈਸ਼ਿੰਗ ਕਣਕਾਂ ਡੋਹਦੇ ਹੁੰਦੇ ਸੀ ਮੋਟਰ ਨੂੰ ਬਾਹਰ ਕੱਢ ਲੈਂਦੇ ਸੀ ਗਰਮੀ ਦੇ ਥ੍ਰੈਸ਼ਰ ਤੇ ਲਾ ਕੇ ਕਣਕ ਡੋਹਦੇ ਸੀ ਆਪਾਂ। ਉਹ 2.5 ਫੁੱਟ ਉੱਚੀ ਚਾਹੀਦੀ ਹੈ ਇਹਨੂੰ ਉੱਚੀ ਨਹੀਂ ਚਾਹੀਦੀ ਹੈ ਇਹਨੂੰ ਉੱਚੀ ਹੋਊਗੀ ਤਾਂ ਤੁਹਾਨੂੰ ਸਬਸਿਡੀ ਦੇਣਾ ਪਊ। ਪਲੱਸ ਤੁਹਾਡਾ 13 ਰੁਪਏ ਹਾਊਸ ਪਾਵਰ ਸੀ 13 ਰੁਪਏ ਤੋਂ ਵਧਾ ਕੇ ਮੈਨੂੰ 17 ਰੁਪਏ ਕੀਤਾ। ਜਿਹੜੀ ਸਿਕਿਉਰਿਟੀ 1000 ਤੋਂ ਵਧਾ ਕੇ 3000 ਕੀਤੀ। ਮੈਨੂੰ ਉਹ ਦਿਨ ਯਾਦ ਨੇ ਉਦੋਂ ਵੀ ਜੇ ਉਹ ਇੱਕ ਐਡਾ ਵੱਡਾ ਪੰਜਾਬ ਦੇ ਵਿੱਚ ਇੱਕ ਐਡਾ ਵੱਡਾ ਕਿਸਾਨਾਂ ਵੱਲੋਂ ਇੱਕ ਐਜੀਟੇਸ਼ਨ ਸ਼ੁਰੂ ਕੀਤੀ ਗਈ ਸੀ ਉਹ ਜਿਹੜੇ ਨੌਜਵਾਨ ਬੱਚੇ ਆ ਨੌਜਵਾਨ ਵੀਰ ਆ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ। ਅੱਜ ਇਸ ਗੱਲ ਦੀ ਤੁਹਾਨੂੰ ਮੈਂ ਮੁਬਾਰਕਬਾਦ ਦਿੰਦਾ। ਮੈਂ ਦਾਅਵੇ ਨਾਲ ਕਹਿ ਸਕਦਾ ਭਾਵੇਂ ਸਾਨੂੰ ਪੋਲੀਟੀਕਲ ਪਾਰਟੀ ਨੇ ਬੜਾ ਪ੍ਰਚਾਰਿਆ ਵੀ ਲਓ ਜੀ ਜੇ 2 ਦਿਨ ਹੋਰ ਚੰਡੀਗੜ੍ਹ ਬੈਠੇ ਰਹਿੰਦੇ ਕਣਕ ਦਾ ਰੇਟ ਵੀ ਲੈ ਲੈਣਾ ਸੀ ਤਾਂ ਕਿਸਾਨ ਯੂਨੀਅਨ ਵਾਲੇ ਦੇ ਦਿੱਤੇ। ਜਿਸ ਮੁੱਦੇ ਵਾਸਤੇ ਉਹ ਧਰਨਾ ਲਾਇਆ ਸੀ ਉਹ ਸਾਰੇ ਜਿਹੜੇ ਸਰਕੂਲਰ ਕੀਤੇ ਸੀ ਉਹ ਵਾਪਸ ਹੋਏ। ਜਿਹੜਾ 17 ਰੁਪਏ ਹਾਊਸ ਪਾਵਰ ਕਰੀ ਸੀ 14 ਰੁਪਏ ਤੇ ਫੈਸਲਾ ਹੋਇਆ। ਜਿਹੜੀ ਤੁਹਾਡੀ ਸਿਕਿਉਰਿਟੀ 3000 ਕਰੀ ਸੀ ਉਹ 1000 ਰੁਪਏ ਕਰੀ। ਉਸ ਤੋਂ ਅੱਗੇ ਸਰਦਾਰਾ ਸਿੰਘ ਜੌਹਰ ਜਿਹਦਾ ਅੱਜ ਕੱਲ੍ਹ ਤੁਸੀਂ ਪੇਪਰਾਂ 'ਚ ਨਾਂ ਪੜ੍ਹਦੇ ਹੋ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਕਮੇਟੀ ਬਣਾਈ ਵੀ ਕੀ ਕਿਸਾਨ ਬਿੱਲ ਦੇਣ ਦੇ ਯੋਗ ਹੈ ਕਿ ਨਹੀਂ ਯੋਗ। ਸਰਦਾਰਾ ਸਿੰਘ ਜੌਹਰ ਨੇ ਰਿਪੋਰਟ ਦਿੱਤੀ ਵੀ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੈ। ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਨਿੰਬੂ ਦੀ ਤਰ੍ਹਾਂ ਨਿਚੋੜਿਆ ਜਾ ਰਿਹਾ। ਇਹ ਉਹਦੀ ਰਿਪੋਰਟ ਦੇ ਵਿੱਚ ਲਫ਼ਜ਼ ਨੇ ਵੀ ਇਹਨਾਂ ਤੇ ਬਿਜਲੀ ਦਾ ਭਾਅ ਨਹੀਂ ਪਾਇਆ ਜਾ ਸਕਦਾ। ਪਰ ਸਰਕਾਰਾਂ ਬੇਈਮਾਨ ਨੇ। ਜਿੱਦਾਂ ਤੁਸੀਂ ਰੋਜ਼ ਦੇਖਦੇ ਹੋ ਕੋਈ ਕਮਿਸ਼ਨ ਬਣਿਆ ਕੋਈ ਕਮੇਟੀ ਬਣੀ ਉਹ ਕਮਿਸ਼ਨ ਕਮੇਟੀ ਬਣਦੇ ਨੇ ਤੁਹਾਡੇ ਜਵਾਬ ਨੂੰ ਠੰਡਾ ਕਰਨ ਵਾਸਤੇ। ਲੰਮਾ ਸਮਾਂ ਪੈ ਕੇ ਆਪਾਂ ਵੀ ਭੁੱਲ ਜਾਂਦੇ ਆ ਉਹ ਠੰਡੇ ਵਾਸਤੇ ਪਾ ਕੇ ਬੰਦ ਕਰ ਦਿੰਦੇ ਨੇ। ਅਗਰ ਪੰਜਾਬੀਆਂ ਨੂੰ ਪੱਗ ਨੂੰ ਹੱਥ ਪਾਇਆ ਤਾਂ ਅੱਜ ਸਾਰਾ ਪੰਜਾਬ ਸੜਕਾਂ ਲਾਈਨਾਂ ਤੇ ਆ ਗਿਆ। ਭਾਵੇਂ ਪੰਜਾਬ ਬੰਦ ਦੀ ਗੱਲ ਕਰੀਏ ਭਾਵੇਂ ਪਿਛੇ 2 ਘੰਟੇ ਸੜਕਾਂ ਬੰਦ ਜਾਮ ਕਰਨ ਦੀ ਗੱਲ ਕਰੀਏ ਭਾਵੇਂ ਮੋਦੀ ਦੇ ਪੁਤਲੇ ਫੂਕਣ ਦੀ ਗੱਲ ਕਰੀਏ ਭਾਵੇਂ 15 ਅਗਸਤ ਨੂੰ ਗੁਲਾਮੀ ਦਿਵਸ ਮਨਾਉਣ ਦੀ ਗੱਲ ਕਰੀਏ ਭਾਵੇਂ ਹਰਿਆਣੇ ਦੇ ਕੱਲ ਭਰਾਵਾਂ ਦੇ ਜਿਹੜਾ ਲਾਠੀਚਾਰਜ ਹੋਇਆ ਹੈ ਕੱਲ 2 ਘੰਟੇ ਆਪਾਂ ਨੇ ਸਾਰੇ ਪੰਜਾਬ ਦੇ ਵਿੱਚ ਸਮੁੱਚਾ ਪੰਜਾਬ 2 ਘੰਟੇ ਬੰਦ ਕਰਕੇ ਉਹਦਾ ਸਾਥ ਦਿੱਤਾ। ਜਦ ਕਿ ਪੰਜਾਬ ਸਰਕਾਰ ਹਰਿਆਣਾ ਸਰਕਾਰ ਦਿੱਲੀ ਸਰਕਾਰ ਨੂੰ ਇਹ ਸੁਨੇਹਾ ਦੇਤਾ ਵੀ ਜੇ ਤੁਸੀਂ ਕਿਤੇ ਸਾਡੇ ਕਿਸੇ ਕਿਸਾਨ ਦੇ ਨਾਲ ਧੱਕਾ ਕਰੋਗੇ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਸੋ ਮੈਂ ਜਿਹੜੀ ਗੱਲ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਨੌਜਵਾਨ ਬੰਦਿਆਂ ਨੂੰ ਇੱਕ ਮੰਚ ਕਰ ਦਿਓ ਜਿਹੜੀ ਕਿਸੇ ਵੀ ਪੋਲੀਟੀਕਲ ਆਈਡੀਓਲੋਜੀ ਨਾਲ ਜੁੜਿਆ ਚੀਜ਼ ਸਭ ਕੇ ਜੁੜੋ। ਸਾਡਾ ਕੋਈ ਮਕਸਦ ਨਹੀਂ। ਸਾਡੀ ਤਾਂ ਹੱਥ ਬੰਨ ਕੇ ਬੇਨਤੀ ਹੈ ਵੀ ਉਹਨਾਂ ਲੋਕਾਂ ਨੂੰ ਆਪਣਾ ਦਰਦ ਦੱਸੋ ਵੀ ਅਸੀਂ ਦੇਸ਼ ਦਾ ਅਨਾਜ ਨਾਲ ਢਿੱਡ ਭਰਤਾ ਅਸੀਂ ਕੰਗਾਲ ਹੋ ਗਏ। ਸਾਡੇ ਬੱਚੇ ਸਾਡੇ ਕੋਲ ਰਹਿਣ ਨੂੰ ਤਿਆਰ ਨਹੀਂ।
ਆਰਥਿਕ ਹਾਲਤ ਸਾਡੀ ਖਰਾਬ ਹੋ ਗਈ। ਅਸੀਂ ਹਰਾਂ ਦੀ ਵਿਕਿਆ 600 ਤੋਂ ਲੈ ਕੇ 1100 ਰੁਪਏ ਤੱਕ। ਸੋ ਜੇ ਅੱਜ ਵੀ ਅਸੀਂ ਸ਼ਾਂਤਮਈ ਰਹਿ ਕੇ, ਪੀਸਫੁਲ ਰਹਿ ਕੇ, ਬਗੈਰ ਕਿਸੇ ਹਰਕਤ ਤੋਂ, ਬਗੈਰ ਕਿਸੇ ਝਗੜੇ ਤੋਂ, ਜਿਸ ਤਰ੍ਹਾਂ ਇਹ ਅੱਜ ਐਜੂਕੇਸ਼ਨ ਬੁਲੰਦੀਆਂ ਤੇ ਪਹੁੰਚੀ ਹੈ, ਪ੍ਰਮਾਤਮਾ ਕਰੇ ਉਹਨਾਂ ਨੂੰ ਮੱਤ ਆ ਜਾਵੇ ਵੀ ਇਹਨਾਂ ਲੋਕਾਂ ਦੇ ਨਾਲ ਟੇਬਲ ਤੇ ਬੈਠ ਕੇ ਫੈਸਲਾ ਕਰਨਾ ਪੈਣਾ ਹੈ। ਅਦਰਵਾਈਜ਼ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ, ਜੇ ਅੱਜ ਸਾਡੀ ਕਿਸਾਨੀ ਦੀ ਮੂਵਮੈਂਟ ਨੂੰ ਸੱਟ ਵੱਜ ਗਈ ਤਾਂ 50 ਸਾਲ ਮੁੜ ਕੇ ਆਰਥਿਕ ਮੁੱਦਿਆਂ ਤੇ ਕਿਸਾਨੀ ਮੁੱਦਿਆਂ ਤੇ ਕੋਈ ਮੂਵਮੈਂਟ ਖੜੀ ਨਹੀਂ ਹੋਊਗੀ। ਸੋ ਮੈਂ ਇਹ ਬੇਨਤੀ ਕਰਦਾ ਕਿ ਇਹਦੇ ਵਿੱਚ ਇਹ ਨਹੀਂ ਕੋਈ ਜਿਹੜੇ ਅਗਲੇ ਬੰਦੇ ਤੁਰੇ ਫਿਰਦੇ ਨੇ ਉਹੀ ਹੁੱਕਾ ਦੇਣ। ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਪਿੰਡ ਦੇ ਵਿੱਚ, ਸੱਥਾਂ ਦੇ ਵਿੱਚ ਚਰਚਾ ਕਰੋ ਵੀ ਅੱਜ ਪੰਜਾਬ ਤੇ ਹਰਿਆਣਾ ਦਾ ਕਿਸਾਨ ਇਕੱਠਾ ਹੋ ਗਿਆ। ਜੇ ਕਿਤੇ ਕਾਲ ਆਉਂਦੀ ਹੈ, ਮੈਂ ਨਹੀਂ ਸਮਝਦਾ ਵੀ ਅਸੀਂ ਕਿਤੇ ਦੂਰ ਤੇ ਚੱਲ ਕੇ ਕੱਟ ਕਰਕੇ ਅਸੀਂ ਕਿਤੇ ਇੱਕ ਜਗ੍ਹਾ ਇਕੱਠੇ ਹੋਈਏ। ਤੁਸੀਂ ਜਿੱਥੇ 5-4 ਪਿੰਡਾਂ ਦੇ ਲੋਕ ਹੈ, ਕੋਈ ਸੁਨੇਹਾ ਆਉਂਦਾ ਤੁਸੀਂ ਸੜਕਾਂ ਪਰ ਨਿਕਲੋ, ਰੇਲਵੇ ਟਰੈਕ ਹੈ ਕਿਤੇ ਰੇਲਵੇ ਟਰੈਕ ਤੇ ਨਿਕਲੋ। ਗੱਲ ਕੀ ਅਸੀਂ ਪ੍ਰੋਟੈਸਟ ਕਰਨਾ, ਅਸੀਂ ਇਹ ਦਿਖਾਉਣਾ ਵੀ ਪੰਜਾਬ ਦੇ ਵਿੱਚ ਅੱਜ ਇਕੱਲਾ ਕਿਸਾਨ ਨਹੀਂ। ਇੱਕ ਮੈਂ ਤੁਹਾਨੂੰ ਬੇਨਤੀ ਹੋਰ ਕਰਦੇ ਹਾਂ, ਇੱਕ ਇਹ ਪ੍ਰਭਾਵ ਬਣਦਾ ਜਾਂਦਾ ਵੀ ਇਹ ਐਜੂਕੇਸ਼ਨ ਸਿਰਫ ਕਿਸਾਨਾਂ ਦੀ ਹੈ। ਇਹ ਤੁਸੀਂ ਇੱਕ ਬੰਦਾ ਤੁਹਾਡਾ ਬੁਲਾਰਾ ਬਣੋ, ਤੁਸੀਂ ਇਹ ਪ੍ਰਚਾਰ ਕਰੋ ਵੀ ਇਹ ਕੱਲੀ ਕਿਸਾਨਾਂ ਦੀ ਮੂਵਮੈਂਟ ਨਹੀਂ, ਇਹ ਪੰਜਾਬ ਦੇ ਹਰ ਭਾਈਚਾਰੇ ਦੀ ਮੂਵਮੈਂਟ ਹੈ। ਕਿਉਂਕਿ ਜਿਸ ਤਰ੍ਹਾਂ ਦਾ ਹਾਲਾਤ ਬਣਦੇ ਜਾਂਦੇ ਨੇ, ਜੇ ਇਹਨਾਂ ਨੇ ਉਹ ਵਪਾਰੀ ਲੋਕਾਂ ਨੂੰ, ਅਮੀਰ ਲੋਕਾਂ ਨੂੰ ਇਹਨਾਂ ਨੇ ਰਾਜ ਪਾਕ ਦੇਣ ਵਾਸਤੇ ਫੰਡ ਲੈਣਾ, ਇਲੈਕਸ਼ਨਾਂ ਜਿੱਤਣੀਆਂ ਨੇ, ਇਹਨਾਂ ਨੇ ਸਾਡਾ ਪੰਜਾਬ ਸਾਰਾ ਉਹਨਾਂ ਨੂੰ ਲੁਟਾਉਣ ਵਾਸਤੇ ਛੱਡ ਦੇਣਾ ਹੈ। ਜੇ ਇੰਨਾ ਆਪਾਂ ਚੁੱਪ ਕਰਕੇ ਬੈਠਾਂਗੇ ਤਾਂ ਅੱਜ ਇਹ ਸਾਡੀਆਂ ਫਸਲਾਂ ਦੇ ਰੇਟ ਘਟਾਉਣਗੇ, ਕੱਲ ਨੂੰ ਤੁਹਾਡੀਆਂ ਜ਼ਮੀਨਾਂ ਪਰ ਅੱਖ ਹੈ ਇਹਨਾਂ ਲੋਕਾਂ ਦੀ। ਹੁਣ ਬੋਲਦੇ ਨੇ ਵੀ ਅਸੀਂ ਕੋਈ ਤੁਹਾਡੀਆਂ ਜ਼ਮੀਨਾਂ ਨਹੀਂ ਲੈਂਦੇ, ਕੋਈ ਡਿਊਟੀ ਕਰਦੇ। ਗੱਲ ਕੀ ਹੈ, ਜਿਹੜੀ ਉਹਨਾਂ ਦੀ ਨੀਤੀ ਹੈ, ਤੁਹਾਡੀ ਜ਼ਮੀਨ ਲੀਜ਼ ਤੇ ਲੈ ਕੇ ਇੱਥੇ ਤੁਹਾਡੇ 50-50, 500 ਕਿੱਲੇ, 1000 ਦੇ ਫਾਰਮ ਬਣਦੇ ਆ। ਇਹ ਯਾਦ ਰੱਖੋ, ਜੇ ਅੱਜ ਵੀ ਪੰਜਾਬ ਦਾ ਕਿਸਾਨ ਖੜਾ ਨਹੀਂ ਹੋਇਆ ਤਾਂ ਇਹ ਬਹੁਤ ਦੂਰ ਦੀ ਗੱਲ ਨਹੀਂ ਵੀ ਤੁਹਾਡੀ ਜ਼ਮੀਨ ਨੂੰ ਹਰੇਕ ਸਾਲ ਲੀਜ਼ ਦੇ ਦੇਣਗੇ। ਫਿਰ ਜੇ ਆਪਾਂ ਨੇ ਕੰਮ ਕਰਨਾ ਤਾਂ ਮਾਰਕ ਬਣ ਕੇ ਨਹੀਂ, ਟੇਬਲ ਬਣ ਕੇ ਉਹਨਾਂ ਦੇ ਖੇਤਾਂ 'ਚ ਮਜ਼ਦੂਰੀ ਕਰਨ ਜਾਏਗਾ। ਇਹ ਗੱਲ ਕੋਈ ਬਹੁਤ ਨਹੀਂ, ਉਹਨਾਂ ਨੇ ਰੂਲ ਬਣਾਇਆ ਪਿਆ ਕਿ ਪਹਿਲਾਂ ਇਹਨਾਂ ਨੂੰ ਮਾਰਕ ਯੋਗ ਕਰੋ। ਬੜੀ ਸਿੱਧੀ ਗੱਲ ਹੈ ਵੀ ਜੇ ਅੱਜ ਤੁਹਾਡੀ ਕਣਕ ਜਿਹੜੀ 18-1900 ਰੁਪਏ ਵਿਕਦੀ 1000 ਅੱਧੀ ਰਹਿ ਜੂਗੀ। ਖਰਚੇ ਸਾਡੇ ਕਰਨੇ ਨਹੀਂ। ਕਿਸੇ ਸੱਜਣ ਨੇ ਕਾਰ ਲਈ ਹੈ, ਟਰੈਕਟਰ ਲਿਆ, ਬੱਚੇ ਨੂੰ ਧੋਣ ਵਾਸਤੇ ਲੋਨ ਲਿਆ, ਕਿਸੇ ਨੇ ਟਰਾਲੀ ਲਈ ਹੈ, ਕਿਸੇ ਨੇ ਏਸੀ ਲਿਆ, ਕਿਸੇ ਨੇ ਕੋਈ ਵੀ ਕੰਮ ਕੀਤਾ ਹੈ, ਕਿੱਦਾਂ ਚੱਲੂਗਾ ਬਾਜ਼ਾਰ? ਤੁਹਾਡੀ ਆਮਦਨ ਅੱਧੀ ਰਹਿ ਜੂ, ਖਰਚੇ ਤੁਹਾਡੇ ਉੱਤੇ ਖੜੇ ਨੇ। ਸੋ ਅਸੀਂ ਰੱਬ ਤੋਂ ਡਰ ਕੇ ਕਹਿੰਦੇ ਹਾਂ, ਅੱਜ ਵੀ ਪੰਜਾਬ ਦੇ ਵਿੱਚ ਖੇਤ ਮਜ਼ਦੂਰ ਔਰ ਕਿਸਾਨ ਕੋਈ ਦਿਨ ਵਿਹਲਾ ਨਹੀਂ ਹੁੰਦਾ ਜਿੱਦਣ 1, 2, 3 ਸੁਸਾਈਡ ਨਹੀਂ ਹੁੰਦੀਆਂ। ਅਗਰ ਇਹ ਲਾਗੂ ਹੋ ਜਾਂਦਾ ਤਾਂ ਇਹ ਆਤਮ ਹੱਤਿਆਵਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋਊਗਾ। ਸੋ ਚੰਗੀ ਗੱਲ ਇਹ ਹੈ ਵੀ ਗਲਤ ਬਾਹਰ ਲੈਣ ਤੋਂ ਪਹਿਲਾਂ ਅਸੀਂ ਇਹਨਾਂ ਦੇ ਗੱਲ ਲਾ ਕੇ ਇਹਨਾਂ ਨੂੰ ਦੱਸ ਦਈਏ ਵੀ ਪੰਜਾਬ ਔਰ ਹਰਿਆਣਾ ਦਾ ਕਿਸਾਨ ਇਕੱਠਾ ਹੈ। ਜੇ ਤੁਸੀਂ ਏਦਾਂ ਧੱਕੇਸ਼ਾਹੀ ਕਰੋਗੇ ਅਸੀਂ ਇਹ ਚੱਲਣ ਨਹੀਂ ਦੇਣੀ। ਸੋ ਮੈਂ ਬੇਨਤੀ ਕਰਾਂਗਾ ਬਜਿੰਦਰ ਉਹਨਾਂ ਨੂੰ, ਇਹ ਸਟੇਜ ਤੁਹਾਡੀ ਹੈ, ਕੋਈ ਇਹਦੇ ਵਿੱਚ ਇਹ ਨਹੀਂ ਵੀ ਕੋਈ 2 ਬੰਦੇ ਬਾਹਰੋਂ ਆਏ ਬੋਲੋ। ਸਾਡਾ ਤਾਂ ਮਸਲਾ ਇੱਕ ਹੈ, ਕਿਸੇ ਬੰਦੇ ਕੋਲ ਕੋਈ ਸੁਝਾਅ ਹੈ, ਕਿਸੇ ਬੰਦੇ ਕੋਲ ਕੋਈ ਰਾਏ ਹੈ, ਉਹ ਬੰਦਾ ਆਪਣੇ ਸੁਝਾਅ ਦਿਓ ਤਾਂ ਕਿ ਜਿਹੜੀ ਇਹ ਐਜੀਟੇਸ਼ਨ ਹੈ ਇਹ ਐਡੀ ਪ੍ਰਚੰਡ ਹੋ ਜਾਵੇ। ਇਹ ਪੋਲੀਟੀਕਲ ਲੋਕਾਂ ਦੀਆਂ ਚੰਡੀਗੜ੍ਹ ਦਿੱਲੀ ਬੈਠੇ ਨੇ ਲੱਤਾਂ ਕੰਬਣ ਵੀ ਅਸੀਂ ਪੰਜਾਬ ਤੋਂ ਨਿਕਲ ਆਏ। ਜਿਹੜੇ ਬੱਚੇ ਨੇ 2 ਨੌਜਵਾਨ ਬੱਚੇ 4-4, 5-5 ਪਿੰਡ ਸੰਭਾਲੋ, ਪਿੰਡ ਦੇ ਵਿੱਚ ਇੱਕ ਲੈ ਕੇ ਬੁਰਸ਼ ਮੋਟੇ ਅੱਖਰਾਂ ਦੇ ਵਿੱਚ ਸਿਰਫ 2 ਨਾਅਰੇ ਲਿਖਣੇ ਨੇ, ਮੋਦੀ ਸਰਕਾਰ ਕਿਸਾਨ ਵਿਰੋਧੀ, ਮੋਦੀ ਕਿਸਾਨ ਵਿਰੋਧੀ। ਇੱਕ ਇਹ ਨਾਰਾ, ਦੂਜਾ ਨਾਰਾ ਉਹੀ ਪਿੰਡਾਂ 'ਚ ਵੜੇਗਾ ਜੋ ਕਿਸਾਨਾਂ ਨਾਲ ਖੜੇਗਾ, ਉਹੀ ਪਿੰਡਾਂ 'ਚ ਵੜੇਗਾ ਜੋ ਕਿਸਾਨਾਂ ਨਾਲ ਖੜੇਗਾ। ਇਹ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ 5-5, 700 ਤਾਂ ਮੋਟੇ ਅੱਖਰਾਂ 'ਚ ਲਿਖੇ ਹੋਣ। ਜਦੋਂ ਵੀ ਇਹ ਲੋਕ ਪੋਲੀਟੀਕਲ ਲੋਕ ਤੁਹਾਡੇ ਪਿੰਡਾਂ ਜਾਣਗੇ, ਉਹ ਨਾਰੇ ਉਹਦੀ ਠੱਕ ਦੇ ਕੇ ਹਿੱਕੀ 'ਚ ਵੱਜਣਗੇ, ਉਹ ਉਦੋਂ ਹੀ ਤੁਹਾਡਾ ਰੂਪ ਯਾਦ ਆ ਜੂਗੇ, ਇਹ ਕਿਸਾਨ ਯੂਨੀਅਨਾਂ ਦਾ ਪਿੰਡਾ ਇੱਥੇ ਆ, ਸੋਚ ਸਮਝ ਕੇ ਕਰਨਾ ਪੈਣਾ। ਸੋ ਦੂਜੀ ਗੱਲ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ, ਹੁਣ ਵਿਚਾਰੇ ਬਣ ਕੇ ਸਰਦਾ ਨਹੀਂ। ਜਦੋਂ
ਪੋਲੀਟੀਕਲ ਲੋਕ ਤੁਹਾਡੇ ਪਿੰਡਾਂ 'ਚ ਆਉਂਦੇ ਨੇ, ਭਾਵੇਂ ਕਿਸੇ ਪਾਰਟੀ ਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕਰੋ ਵੀ ਅਸੀਂ ਕੀ ਗੁਨਾਹ ਕਰਤਾ, ਸਾਨੂੰ ਕਣਕ ਦਾ ਰੇਟ ਵਾਰਾ ਨਹੀਂ ਖਾਂਦਾ, ਜੀਰੀ ਦਾ ਰੇਟ ਵਾਰਾ ਨਹੀਂ ਖਾਂਦਾ। ਆਪਾਂ ਤਾਂ ਮੰਗਦੇ ਸੀ ਸਾਨੂੰ ਥੋਕ ਕੀਮਤ ਸੂਚਕ ਅੰਕ ਨਾਲ ਜੋੜ ਦਿਓ। ਉਹ ਤੁਹਾਡਾ ਜਿਹੜਾ ਪ੍ਰੈਸ਼ਰ ਮੇਨਟੇਨ ਹੋਇਆ, ਡਾਕਟਰ ਸਵਾਮੀਨਾਥਨ ਦੀ ਪ੍ਰਧਾਨਗੀ 'ਚ ਕਮੇਟੀ ਬਣੀ। ਆਪਾਂ ਤਾਂ ਸੋਚਦੇ ਸੀ ਵੀ ਹੁਣ ਸਾਨੂੰ ਮਹਿੰਗਾਈ ਦੇ ਮੁਤਾਬਕ ਰੇਟ ਬਣਨਗੇ, ਪਰ ਉਹ ਤਾਂ ਸਾਨੂੰ ਉਹਨਾਂ ਦਾ ਬਟਾ ਪੁੱਠਾ ਹੀ ਦੇਤਾ। ਆਪਾਂ ਰੇਟ ਵਧਾਉਣ ਦੀ ਗੱਲ ਕਰਦੇ ਸੀ, ਉਹਨਾਂ ਨੇ ਘਟਾਉਣ ਦੀ ਗੱਲ ਕਰਨੀ। ਸੋ ਇਹਦੇ ਕੋਈ ਬੁਰਾਈ ਨਹੀਂ, ਜਦੋਂ ਆਪਾਂ ਕਮਜ਼ੋਰ ਹੈ ਤਾਂ ਦੁਸ਼ਮਣ ਨੇ ਤਾਂ ਵਾਰ ਕਰਨਾ ਹੀ ਕਰਨਾ ਹੈ। ਸੋ ਉਹਦਾ ਕਿਸ ਤਰ੍ਹਾਂ ਜਵਾਬ ਦੇਣਾ ਹੈ, ਅੱਜ ਤੱਕ ਆਪਾਂ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ ਪੰਜਾਬ ਦੀ ਲੀਡਰਸ਼ਿਪ ਦਾ। ਜਿੱਦਾਂ ਇਹ ਕਹਿ ਲਓ ਵੀ ਸਾਨੂੰ ਤਾਂ ਡੱਟੂਆਂ ਦੀ ਪੰਸੇਰੀ ਕਰਕੇ ਜਾਣਿਆ ਜਾਂਦਾ ਸੀ, ਅੱਜ ਪੰਜਾਬ ਦੀਆਂ 30 ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਔਰ ਤੁਹਾਡੀ ਤਾਕਤ ਨੇ ਉਹਨਾਂ ਨੂੰ ਤਾਕਤ ਦਿੱਤੀ ਹੈ। ਜਿੱਦਾਂ ਤੁਸੀਂ ਇਕੱਠੇ ਹੁੰਦੇ ਜਾਓਗੇ ਤਾਂ ਉਹਨਾਂ ਦੇ ਵਿੱਚੋਂ ਕੋਈ ਬੰਦਾ ਚੂੰ ਨਹੀਂ ਕਰ ਸਕੂਗਾ। ਪਿਛਲੇ ਸਮੇਂ ਦੇ ਵਿੱਚ ਕੋਈ ਸਾਡੇ ਇਕੱਲੇ ਸੱਜਣ ਨੇ ਕਿਤੇ ਮਾੜੀ ਮੋਟੀ ਕੋਈ ਏਦਾਂ ਦੀ ਹਰਕਤ ਕੀਤੀ, ਅਸੀਂ ਧੰਨਵਾਦੀ ਉਹਨਾਂ ਦੇ ਵਰਕਰਾਂ ਦੇ, ਉਹਨਾਂ ਨੇ ਸ਼ੀਸ਼ਾ ਦਿਖਾਤਾ ਉਹਨਾਂ ਨੂੰ ਔਰ ਸਾਰੀ ਕਮੇਟੀ ਨੇ ਉਹਨਾਂ ਨੂੰ ਅਹਿਸਾਸ ਕਰਾਤਾ ਵੀ ਕਿਸਾਨਾਂ ਤੋਂ ਬਾਹਰ, ਕਮੇਟੀ ਤੋਂ ਬਾਹਰ ਜਾ ਕੇ ਕੋਈ ਬੰਦਾ ਕੋਈ ਨਿੱਜੀ ਆਪਣੇ ਫਾਇਦੇ ਵਾਸਤੇ ਜਾਂ ਇੱਕ ਮੈਂ ਵਾਸਤੇ ਕੋਈ ਫੈਸਲਾ ਕਰੂਗਾ ਤਾਂ ਪੰਜਾਬ ਦੇ ਲੋਕ ਬਖਸ਼ਣਗੇ ਨਹੀਂ। ਸੋ ਮੈਂ ਇਹ ਉਮੀਦ ਕਰਦਾ ਜਿਹੜਾ ਇਹ ਆਪਾਂ ਨੇ ਆ ਕੰਮ ਸ਼ੁਰੂ ਕਰਤਾ, ਇਹ ਕੰਟੀਨਿਊ ਇੱਥੇ ਕੋਈ ਮੇਰੇ ਖਿਆਲ ਇਦਾਂ ਦੀ ਗੱਲ ਨਹੀਂ। ਤੁਸੀਂ ਇਲਾਕੇ ਵਾਲੇ ਆਪਣੀ, ਅਸੀਂ ਮੰਡੇ ਬੈਠੇ ਆ, ਤੁਸੀਂ ਖਰੜ ਬੈਠੇ ਹੋ ਰੇਲਵੇ ਟਰੈਕ ਦੇ ਉੱਪਰ। ਰੋਪੜ ਕੱਲ ਉਹਨਾਂ ਨੇ ਰੋਪੜ ਕੋਟਲਾ ਦਾ ਬੰਦ ਕਰਤਾ, ਰੋਪੜ ਵੀ ਰੇਲਵੇ ਟਰੈਕ ਰੋਕਿਆ ਹੋਇਆ ਵੀ ਤੁਸੀਂ ਇੱਥੇ ਪੀਸਫੁਲ ਬੈਠ ਕੇ ਤੁਸੀਂ ਜਿਹੜੇ ਇਹਨੂੰ ਬੰਦ ਰੱਖਾਂਗੇ, ਜਿਹੜੀਆਂ ਗੱਡੀਆਂ ਦੋਵੇਂ ਪਾਸੇ ਨਿਕਲਦੀਆਂ ਰਹਿਣਗੀਆਂ। ਜੇ ਕੋਈ ਤੁਹਾਡੇ ਨਾਲ ਹੈਂਕੀ ਬੈਂਕੀ ਹੁੰਦੀ ਹੈ, ਅਸੀਂ ਮਰੰਡੇ ਬੈਠੇ ਆ, ਇੱਧਰ ਇੱਥੇ ਬੈਠੇ ਆ, ਮਿੰਟ 15 ਦੇ ਵਿੱਚ ਆਪਾਂ ਫਿਰ ਇੱਥੇ ਇਕੱਠੇ ਹੋ ਜਾਵਾਂਗੇ।